ਹੈਲੋ ਦੋਸਤੋ, ਅੱਜ ਆਪਾਂ ਇੰਡੀਅਨ ਪੋਲਿਟੀ ਦੇ ਵਿੱਚ ਗਵਰਨਰ, ਚੀਫ ਮਿਨਿਸਟਰ ਅਤੇ ਕੌਂਸਲ ਆਫ ਮਿਨਿਸਟਰਸ ਬਾਰੇ ਪੜ੍ਹਾਂਗੇ। ਮਤਲਬ ਕਿ ਗਵਰਨਰ ਰਾਜ ਦਾ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਬਾਰੇ ਪੜ੍ਹਾਂਗੇ ਜੀ ਪੰਜਾਬੀ ਦੇ ਵਿੱਚ। ਅਤੇ ਜਿੰਨੀ ਵੀ ਥਿਊਰੀ ਆ ਜੀ ਪੰਜਾਬੀ ਦੇ ਵਿੱਚ ਮਿਲੂਗੀ। ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕਈ ਚੈਨਲ 'ਤੇ ਤੁਹਾਨੂੰ ਮਤਲਬ ਕਿ ਇੰਗਲਿਸ਼ ਦੇ ਵਿੱਚ ਮਟੀਰੀਅਲ ਮਿਲਦਾ ਵਾ, ਪੰਜਾਬੀ ਦੇ ਵਿੱਚ ਨਹੀਂ ਮਿਲਦਾ। ਅਤੇ ਜਿਨ੍ਹਾਂ ਨੇ ਵੀ ਕੋਈ ਤਿਆਰੀ ਆਪਣੀ ਐਗਜ਼ਾਮ ਦੀ ਕਰਨੀ ਆ, ਕਿ ਜਿਹੜੇ ਪੰਜਾਬ ਜਾਂ ਸੈਂਟਰ ਦੇ ਐਗਜ਼ਾਮ ਆਉਂਦੇ ਆ ਉਹਨਾਂ ਵਿੱਚ ਇਹ ਟੋਪਿਕ ਪੁੱਛਿਆ ਜਾਂਦਾ ਵਾ। ਅਤੇ ਉਹਨਾਂ ਵਿੱਚ ਜਿਹੜੇ ਵੀ ਸਵਾਲ ਬਣਨਗੇ ਜੀ ਇਹਨਾਂ ਅੰਦਰ ਬਣਨਗੇ ਅਤੇ ਤੁਸੀਂ ਆਰਾਮ ਨਾਲ ਆਪਣਾ ਸਵਾਲ ਕਰ ਸਕਦੇ ਹੋ ਜੋ ਵੀ ਆਵੇ। ਅਤੇ ਆਪਾਂ ਟੋਪਿਕ ਸਟਾਰਟ ਕਰਦੇ ਹਾਂ ਜੀ। ਪਹਿਲਾਂ ਮੈਂ ਓਵਰਵਿਊ ਦਿਖਾ ਦਿੰਦਾ ਆਪਾਂ ਕੀ ਕਵਰ ਕਰਾਂਗੇ ਜੀ। ਇਹ ਆ ਕਿ ਜਿੱਦਾਂ ਆਰਟੀਕਲ ਹੋ ਗਏ, ਕਿਦੋਂ ਤੋਂ ਕਿਹੜਾ ਮੰਤਰੀ ਗਿਆ ਵਾ, ਸਾਰੇ ਕੁਝ ਆਪਾਂ ਕਵਰ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਸਵਾਲ ਤੁਹਾਡੇ ਬਣਦੇ ਆ ਜੀ। ਅਤੇ ਪਹਿਲਾ ਜੀ ਰਾਜ ਦਾ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਵਾ, ਮਤਲਬ ਕਿ ਮੁਖੀ ਰਾਜਪਾਲ ਹੁੰਦਾ ਜੀ। ਪਰ ਇਹ ਕਿ ਨਾਮ ਮਾਤਰ ਹੁੰਦਾ, ਜਿਹਦਾ ਰਾਸ਼ਟਰਪਤੀ ਨਾਮ ਮਾਤਰ ਹੁੰਦਾ ਵਾ ਅਤੇ ਪ੍ਰਧਾਨ ਮੰਤਰੀ ਕਾਰਜ ਕਰਦਾ ਵਾ। ਇਸੇ ਤਰ੍ਹਾਂ ਹੀ ਰਾਜਪਾਲ ਦਾ ਜਿਹੜਾ ਕਾਰਜ ਨਾਮ ਮਾਤਰ ਹੁੰਦਾ ਅਤੇ ਮੁੱਖ ਮੰਤਰੀ ਹੁੰਦਾ ਜਿਹੜਾ ਰਾਜ ਦਾ, ਉਹੀ ਕੰਮ ਕਰਦਾ ਜੀ। ਅਤੇ ਇਹ ਆ ਕਿ ਰਾਸ਼ਟਰਪਤੀ ਜੇ ਚਾਹਵੇ ਤਾਂ 5 ਸਾਲ ਬਾਅਦ ਮਤਲਬ ਕਿ ਉਹਨੂੰ ਰਾਜਪਾਲ ਨੂੰ ਹਟਾ ਵੀ ਸਕਦਾ ਵਾ, ਉਹਦੀ ਮਰਜ਼ੀ ਆ ਜਿੰਨਾ ਚਿਰ ਰਹਿਣਾ ਚਾਹੁੰਦਾ ਜੀ। ਠੀਕ ਆ ਜੀ, ਇਹ ਗੱਲ ਆ ਜੀ। ਬਾਕੀ ਤੁਹਾਨੂੰ ਪਤਾ ਜਿੱਦਾਂ ਰਾਸ਼ਟਰਪਤੀ ਆ ਜੀ ਦੇਸ਼ ਦਾ, ਇੱਦਾਂ ਰਾਜਾਂ ਦਾ ਰਾਜਪਾਲ ਹੁੰਦਾ ਜੀ। ਅਤੇ ਰਾਜਪਾਲ ਬਣਨ ਦੀ ਯੋਗਤਾ ਜੀ ਉਹ ਹੈ ਕਿ ਭਾਰਤ ਦਾ ਨਾਗਰਿਕ ਹੋਵੇ, 35 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਹੋਵੇ, ਅਤੇ ਕਿਤੇ ਲਾਹੇਵੰਦ ਅਹੁਦੇ ਦਾ ਨਾ ਹੋਵੇ ਜੀ, ਮਤਲਬ ਕਿ ਅਹੁਦੇ 'ਤੇ ਕੰਮ ਨਾ ਕਰਦਾ ਹੋਵੇ, ਅਤੇ ਇੱਕ ਵਿਧਾਨ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ। ਠੀਕ ਆ ਜੀ। ਬਾਕੀ ਜਿਹੜੀ ਤਨਖਾਹ ਜੀ ਰਾਜਪਾਲ ਦੀ 3,50,000 ਰੁਪਏ ਪ੍ਰਤੀ ਮਹੀਨਾ ਜੀ। ਅਤੇ ਰਾਜਪਾਲ ਨੂੰ ਰਿਹਾਇਸ਼ ਲਈ ਮੁਫਤ ਰਾਜ ਭਵਨ ਅਤੇ ਹੋਰ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਜੀ। ਇਹ ਗੱਲ ਨੂੰ ਤੁਸੀਂ ਧਿਆਨ ਰੱਖਣਾ ਵਾ ਜੀ। ਅਤੇ ਜਿਹੜਾ ਰਾਸ਼ਟਰਪਤੀ ਆ ਜੀ ਇੱਕ ਵਿਅਕਤੀ ਨੂੰ ਇੱਕ ਜਾਂ ਇੱਕ ਤੋਂ ਵੱਧ ਰਾਜਾਂ ਦਾ ਰਾਜਪਾਲ ਨਿਯੁਕਤ ਕਰ ਸਕਦਾ ਵਾ ਜੀ। ਅਤੇ ਕਿਹੜੇ ਐਕਟ ਦੇ ਅਕੋਰਡਿੰਗ ਇਹਨੂੰ ਮਤਲਬ ਕਿ ਦੋ ਰਾਜਾਂ ਦਾ ਰਹਿ ਸਕਦਾ ਜੀ ਰਾਜਪਾਲ, ਉਹ ਵੀ ਤੁਹਾਨੂੰ ਦੱਸਾਂਗਾ ਜੀ ਅੱਗੇ, ਕਿਉਂਕਿ ਉਹਦੇ ਵਿੱਚ ਵੀ ਸਵਾਲ ਬਣਦਾ ਜੀ। ਅਤੇ ਰਾਜਪਾਲ ਤੋਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਜੀ, ਇੱਕ ਹੁੰਦੀ ਕਾਰਜਕਾਰੀ ਸ਼ਕਤੀਆਂ ਜੀ। ਅਤੇ ਰਾਜ ਦਾ ਮੁੱਖ ਕਾਰਜ ਸਾਧਕ ਹੋਣ ਦੇ ਨਾਤੇ ਰਾਜ ਦਾ ਪ੍ਰਬੰਧ ਉਸ ਦੇ ਨਾਂ 'ਤੇ ਚਲਾਇਆ ਜਾਂਦਾ, ਮਤਲਬ ਕਿ ਜਿਹੜਾ ਵੀ ਰਾਜਾਂ ਦਾ ਪ੍ਰਬੰਧ ਆ ਜੀ ਉਹਦੇ ਨਾਂ 'ਤੇ ਚਲਾਇਆ ਜਾਂਦਾ ਵਾ ਜੀ। ਵੈਸੇ ਕਿ ਜਿੱਦਾਂ ਰਾਸ਼ਟਰਪਤੀ ਨੂੰ ਇੱਕ ਨਾਂ ਦੇ ਤੌਰ 'ਤੇ ਵਰਤਿਆ ਜਾਂਦਾ ਜੀ, ਇਸੇ ਕਾਰਨ ਰਾਜਪਾਲ ਨੂੰ ਵਰਤਿਆ ਜਾਂਦਾ ਜੀ। ਬਾਕੀ ਕਿ ਜਿਹੜੀਆਂ ਵੀ ਰਿਪੋਰਟਾਂ ਵਗੈਰਾ ਹੁੰਦੀਆਂ ਨੇ ਉਹ ਰਾਜਪਾਲ ਦੇ ਥਰੂ ਰਾਸ਼ਟਰਪਤੀ ਨੂੰ ਪੇਸ਼ ਕੀਤੀਆਂ ਜਾਂਦੀਆਂ ਨੇ ਜੀ। ਮੈਂ ਤੁਹਾਨੂੰ ਮਾੜੀ ਮੋਟੀ ਹਿੰਟ ਦੱਸਦਾ, ਬਾਕੀ ਜੇ ਤੁਸੀਂ ਨੋਟਸ ਵਿੱਚ ਵੇਖੋਗੇ ਜੀ ਤੁਹਾਨੂੰ ਮੈਂ ਪ੍ਰੋਵਾਈਡ ਕਰਾਂ ਟੈਲੀਗ੍ਰਾਮ ਗਰੁੱਪ 'ਤੇ, ਜਿਸ ਦਾ ਲਿੰਕ ਇਸੇ ਦੀ ਵੀਡੀਓ ਦੇ ਅਬਾਊਟ 'ਚ ਆ ਜੀ। ਉੱਥੇ ਤੁਸੀਂ ਇਹਦੀ ਪੂਰੀ ਪ੍ਰੋਪਰ ਡਿਟੇਲ ਦੇਖ ਸਕਦੇ ਹੋ ਜੀ। ਅਤੇ ਰਾਜਪਾਲ ਰਾਜ ਦੀ ਵਿਧਾਨ ਪਾਲਿਕਾ ਦਾ ਇੱਕ ਮੁੱਖ ਅੰਗ ਹੁੰਦਾ ਹੈ। ਉਸ ਨੂੰ ਕਈ ਪ੍ਰਕਾਰ ਦੀਆਂ ਵਿਧਾਨਕ ਸ਼ਕਤੀਆਂ ਪ੍ਰਾਪਤ ਹਨ। ਰਾਜ ਦੀ ਵਿਧਾਨ ਪਾਲਿਕਾ ਦੇ ਅਧਿਵੇਸ਼ਨ ਬੁਲਾਉਂਦਾ ਹੈ ਅਤੇ ਸਮਾਪਤ ਕਰਦਾ ਹੈ। ਅਧਿਵੇਸ਼ਨ ਦੇ ਸਮੇਂ ਵਾਧਾ ਕਰ ਸਕਦਾ ਹੈ। ਠੀਕ ਆ ਜੀ। ਜੇ ਮੰਨ ਲਓ ਕਿਸੇ ਉਹ ਸੰਵਿਧਾਨ ਸਭਾ ਨੂੰ ਬੁਲਾਉਣ ਦਾ ਜਾਂ ਉਹਨੂੰ ਭੰਗ ਕਰਦਾ ਹੈਗਾ ਜੀ, ਕਿ ਰੱਦ ਕਰ ਦੇ। ਅਤੇ ਬਾਕੀ ਕਿ ਰਾਜਪਾਲ ਵਿਧਾਨ ਪਾਲਿਕਾ ਦੇ ਵਿਚਾਰ ਅਧੀਨ ਮਾਮਲੇ ਸੰਬੰਧੀ ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ ਸੰਦੇਸ਼ ਭੇਜ ਸਕਦਾ ਹੈ। ਵਿਧਾਨ ਪ੍ਰੀਸ਼ਦ ਵਿੱਚ 1/6 ਮੈਂਬਰ ਨਾਮਜ਼ਦ ਕਰ ਸਕਦਾ ਜੀ, ਮਤਲਬ ਕਿ ਇੰਨੇ ਉਹ ਵਿਧਾਨ ਪਰਿਸ਼ਦ ਦੇ ਅੰਦਰ ਮਤਲਬ ਕਿ ਇੰਨੇ ਮੈਂਬਰ ਆਪਣੇ ਨਾਮਜ਼ਦ ਕਰ ਸਕਦਾ ਜੀ। ਅਤੇ ਵਿਧਾਨ ਪਾਲਿਕਾ ਦੁਆਰਾ ਪਾਸ ਹਰੇਕ ਬਿੱਲ ਨੂੰ ਰਾਜਪਾਲ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਆ ਜੀ। ਜੇ ਕੋਈ ਵੀ ਬਿੱਲ ਮਤਲਬ ਕਿ ਵਿਧਾਨ ਸਭਾ ਵਿੱਚ ਆਉਂਦਾ ਜੀ ਉਹਨੂੰ ਰਾਜਪਾਲ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਜੀ। ਜਿੱਦਾਂ ਕਾਨੂੰਨ ਜਦੋਂ ਕੋਈ ਵੀ ਬਿੱਲ ਆਉਂਦਾ ਜੀ ਉਹਨਾਂ ਚਿਰ ਕਾਨੂੰਨ ਨਹੀਂ ਬਣਦਾ ਜਿੰਨਾ ਚਿਰ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ, ਇਸੇ ਤਰ੍ਹਾਂ ਹੀ ਰਾਜਪਾਲ ਦੀ ਮਨਜ਼ੂਰੀ ਲੈਣੀ ਜ਼ਰੂਰੀ ਆ ਜੀ। ਅਤੇ ਜੇ ਮੰਨ ਲਓ ਕਿ ਵਿਚਾਰ ਅਧੀਨ ਦੁਬਾਰਾ ਭੇਜ ਦਿੰਦਾ ਬਿੱਲ ਬਿੱਲ ਨੂੰ ਛੱਡ ਕੇ, ਤਾਂ ਜਦੋਂ ਦੂਸਰੀ ਵਾਰ ਆਉਂਦਾ ਜੀ ਉਹਨੂੰ ਸਾਈਨ ਕਰਨੇ ਹੀ ਪੈਂਦੇ, ਜਿੱਦਾਂ ਰਾਸ਼ਟਰਪਤੀ ਨੂੰ ਸਾਈਨ ਕਰਨੇ ਪੈਂਦੇ ਆ ਜੀ। ਇਸੇ ਤਰ੍ਹਾਂ ਅਤੇ ਅਧਿਆਦੇਸ਼ ਜਾਰੀ ਕਰ ਸਕਦਾ ਜੀ ਇਹ ਰਾਜਪਾਲ, ਤਾਂ ਉਹ ਆਰਟੀਕਲ ਵੀ ਦੱਸੂਗਾ ਕਿਹੜੇ ਅਧੀਨ ਕਰ ਸਕਦਾ ਜੀ। ਬਾਕੀ ਵਿੱਤੀ ਅਤੇ ਨਿਆਇਕ ਸ਼ਕਤੀਆਂ ਹੁੰਦੀਆਂ ਜੀ ਇਸ ਕੋਲ, ਕਿ ਜਿੱਦਾਂ ਰਾਜਪਾਲ ਦੀ ਅਗੇਤਰੀ ਪ੍ਰਵਾਨਗੀ ਨਾਲ ਹੀ ਵਿਧਾਨ ਸਭਾ ਨਾਲ ਬਿੱਲ ਪੇਸ਼ ਕੀਤਾ ਜਾਂਦਾ ਹੈ ਜੀ। ਹਰੇਕ ਸਾਲ ਰਾਜਪਾਲ ਰਾਜ ਦਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕਰਾਉਂਦਾ ਜੀ। ਜਿੱਦਾਂ ਰਾਸ਼ਟਰਪਤੀ ਮਤਲਬ ਕਿ ਉਹ ਬਜਟ ਕਰਾਉਂਦਾ ਸੰਸਦ ਦੇ ਵਿੱਚ, ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਰਾਜਾਂ ਦਾ ਹੁੰਦਾ ਜੀ ਬਜਟ, ਉਹ ਵਿਧਾਨ ਸਭਾ ਵਿੱਚ ਪੇਸ਼ ਕਰਾਉਂਦਾ ਰਾਜਪਾਲ। ਠੀਕ ਆ ਜੀ। ਅਤੇ ਰਾਜਪਾਲ ਨੂੰ ਬਿੱਲ ਪਾਸ ਉਪਰੰਤ ਪ੍ਰਵਾਨਗੀ ਦੇਣੀ ਪੈਂਦੀ ਆ ਜੀ। ਅਤੇ ਜੇਕਰ ਇਸ ਦਾ ਰਾਜ ਦੇ ਅਚਨਚੇਤ ਫੰਡ ਵਿੱਚ ਉੱਤੇ ਨਿਯੰਤਰਣ ਹੁੰਦਾ ਵਾ ਜੀ। ਇਹ ਪੁੱਛ ਸਕਦੇ ਰਾਜਾਂ ਦੇ ਅਚਨਚੇਤ ਫੰਡ ਉੱਤੇ ਨਿਯੰਤਰਣ ਕਿਸ ਦਾ ਹੁੰਦਾ ਜੀ, ਰਾਜਪਾਲ ਦਾ ਹੁੰਦਾ ਵਾ। ਇਹ ਪੁੱਛਿਆ ਵੀ ਗਿਆ ਜੀ ਇਹ ਸਬ ਇੰਸਪੈਕਟਰ ਪੇਪਰ ਦੇ ਵਿੱਚ ਜੀ। ਅਤੇ ਸੈਸ਼ਨ ਜੱਜ ਅਤੇ ਅਧੀਨ ਜੱਜਾਂ ਦੀ ਨਿਯੁਕਤੀ ਤਰੱਕੀ ਬਦਲੀ ਰਾਜਪਾਲ ਦੇ ਹੱਥਾਂ ਵਿੱਚ ਹੁੰਦੀ ਆ ਜੀ, ਕਿਉਂਕਿ ਇਹ ਜੱਜ ਜ਼ਿਲ੍ਹਾ ਜੱਜ ਜਾਂ ਤਹਿਸੀਲ ਦੇ ਜੱਜ ਹੁੰਦੇ ਜੀ ਉਹਨਾਂ ਨੂੰ ਨਿਯੁਕਤ ਕਰ ਸਕਦਾ ਜੀ। ਅਤੇ ਰਾਜਪਾਲ ਰਾਜ ਦੇ ਕਾਨੂੰਨ ਤੋੜਨ ਵਾਲਿਆਂ ਦੀ ਸਜ਼ਾ ਨੂੰ ਘਟਾ ਜਾਂ ਮਾਫ਼ ਕਰ ਸਕਦਾ ਜੀ। ਉਹ ਵੀ ਤੁਹਾਨੂੰ ਦੱਸੂ ਕਿਹੜੇ ਸੈਕਟਰ ਦੇ ਅਕੋਰਡਿੰਗ ਮਾਫ਼ ਕਰ ਸਕਦਾ ਜੀ।
ਬਾਕੀ ਇਛੁਕ ਸ਼ਕਤੀਆਂ ਹੁੰਦੀਆਂ ਜਿਹਨੂੰ ਵਿਵੇਕਸ਼ੀਲ ਸ਼ਕਤੀਆਂ ਕਿਹਾ ਜਾਂਦਾ ਜੀ। ਰਾਜਪਾਲ ਨੂੰ ਮਤਲਬ ਕਿ ਕੁਛ ਵਿਵੇਕਸ਼ੀਲ ਸ਼ਕਤੀਆਂ ਪ੍ਰਾਪਤ ਹੁੰਦੀਆਂ ਜੀ। ਇਛੁਕ ਸ਼ਕਤੀਆਂ ਜਿੱਦਾਂ ਮੁੱਖ ਮੰਤਰੀ ਦੀ ਨਿਯੁਕਤੀ ਸਮੇਂ ਵਿਧਾਨ ਸਭਾ ਵਿੱਚ ਕਿਸੇ ਵੀ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ। ਠੀਕ ਆ ਜੀ। ਜੇ ਮਤਲਬ ਕਿਸੇ ਨੂੰ ਦਲ ਨੂੰ ਬਹੁਮਤ ਨਹੀਂ ਪ੍ਰਾਪਤ ਹੁੰਦਾ ਤਾਂ ਰਾਜਪਾਲ ਆਪਣੇ ਅਕੋਰਡਿੰਗ ਫਿਰ ਉਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਮੁੱਖ ਮੰਤਰੀ ਬਣਾ ਸਕਦਾ ਜੀ। ਇਹ ਫੈਸਲਾ ਕਰਨ ਸਮੇਂ ਰਾਜ ਸਰਕਾਰ ਸੰਵਿਧਾਨ ਅਨੁਸਾਰ ਚੱਲ ਰਹੀ ਹੈ ਜਾਂ ਨਹੀਂ, ਇਹ ਫੈਸਲਾ ਕਰਦਾ ਜੀ ਕਿ ਜਿਹੜਾ ਕੰਮ ਹੋ ਰਿਹਾ ਸੰਵਿਧਾਨ ਦੇ ਅਕੋਰਡਿੰਗ ਹੋ ਰਿਹਾ ਜਾਂ ਨਹੀਂ ਹੋ ਰਿਹਾ। ਕੇਂਦਰੀ ਸਰਕਾਰ ਦੀਆਂ ਅੱਖਾਂ, ਕੰਨ, ਮੂੰਹ ਅਤੇ ਬਾਹਾਂ ਦੇ ਰੂਪ ਵਿੱਚ ਕੰਮ ਕਰਨ ਸਮੇਂ ਮਤਲਬ ਕਿ ਇਹ ਵਰਤਿਆ ਇਹਨਾਂ ਦਾ ਹੀ ਮਤਲਬ ਕਿ ਜਿੱਦਾਂ ਕਿ ਇੱਕ ਪਾਰਟ ਆਪਾਂ ਬੋਡੀ ਦਾ ਹੁੰਦਾ ਜੀ, ਉਹ ਜਿੱਦਾਂ ਕੰਮ ਕਰਦਾ ਵਾ ਇਸ ਤਰ੍ਹਾਂ ਹੀ ਮਤਲਬ ਕਿ ਜਿਹੜਾ ਰਾਜਪਾਲ ਆ ਜੀ ਉਹ ਵਿਧਾਨ ਸਭਾ ਦਾ ਕੰਮ ਕਰਦਾ ਇਸੇ ਤਰੀਕੇ ਨਾਲ ਹੀ, ਜਿੱਦਾਂ ਇਹ ਜ਼ਰੂਰੀ ਪਾਰਟ ਹੁੰਦੇ ਆਪਣੇ। ਅਤੇ ਮਤਲਬ ਕਿ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਲੈਣ ਸਮੇਂ ਮਤਲਬ ਕਿ ਇਹੋ ਵਰਤਦਾ ਮਤਲਬ ਕਿ ਜਾਣਕਾਰੀ ਲੈ ਸਕਦਾ ਕਿਸੇ ਵੀ ਡਿਪਾਰਟਮੈਂਟ ਦੀ। ਅਤੇ ਰਾਸ਼ਟਰਪਤੀ ਜੇ ਸ਼ਾਸਨ ਲੱਗਦਾ ਜੀ ਕਿਸੇ ਰਾਜ ਵਿੱਚ ਤਾਂ ਇਹ ਰਾਜਪਾਲ ਹੀ ਰਾਸ਼ਟਰਪਤੀ ਨੂੰ ਰਿਪੋਰਟ ਕਰਦਾ ਜੀ। ਫਿਰ ਉਹ ਰਾਜਪਾਲ ਦੇ ਅੰਦਰ ਸਾਰਾ ਕੰਟਰੋਲ ਹੋ ਜਾਂਦਾ ਵਾ ਜੀ ਜੋ ਰਾਸ਼ਟਰਪਤੀ ਰਾਜ ਲੱਗਦਾ। ਅਤੇ ਬਾਕੀ ਕਿ ਇਹ ਹੈ ਕਿ ਇੱਕ ਹੋਰ ਲਿਖਿਆ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਵੱਲੋਂ ਕੀਤੀ ਗਈ ਸੰਕਟਕਾਲੀਨ ਘੋਸ਼ਣਾ ਸੰਸਦ ਵੱਲੋਂ 1 ਮਹੀਨੇ ਅੰਦਰ ਪ੍ਰਵਾਨ ਕੀਤੀ ਜਾਣੀ ਚਾਹੀਦੀ ਹੈ। ਸਧਾਰਨ ਤੌਰ 'ਤੇ ਆਪਾਤਕਾਲ 6 ਮਹੀਨਿਆਂ ਲਈ ਹੁੰਦਾ ਹੈ ਅਤੇ ਸੰਸਦ ਨੂੰ ਇਸ ਨੂੰ ਅਗਲੇ 6 ਮਹੀਨਿਆਂ ਲਈ ਵਧਾ ਸਕਦੀ ਹੈ। ਜੇਕਰ ਸੰਕਟਕਾਲੀਨ ਨੂੰ 1 ਸਾਲ ਤੋਂ ਵੱਧ ਵਧਾਉਣਾ ਜ਼ਰੂਰੀ ਹੋ ਜਾਏ ਤਾਂ ਸੰਵਿਧਾਨ ਵਿੱਚ ਸੋਧ ਕਰਕੇ ਅਜਿਹਾ ਕੀਤਾ ਜਾ ਸਕਦਾ ਹੈ। ਇਹ ਤੁਸੀਂ ਦੇਖ ਸਕਦੇ ਹੋ ਜੀ ਸੰਕਟਕਾਲੀਨ ਘੋਸ਼ਣਾ ਜੀ ਕਿੰਨਾ ਚਿਰ ਰਹਿੰਦੀ ਆ ਜੀ, ਅਤੇ ਜੇ ਆਪਾਤਕਾਲ ਹੈ ਉਹ ਕਿੰਨਾ ਚਿਰ ਰਹਿੰਦੀ ਆ। ਅਤੇ ਸਾਰਾ ਕੁਛ ਜੇ ਮਤਲਬ ਕਿ ਜੇ 1 ਸਾਲ ਤੋਂ ਵੱਧ ਹੋ ਜਾਂਦਾ ਸੀ ਫਿਰ ਤੁਹਾਨੂੰ ਪਤਾ ਕਿ ਉਹ ਸੋਧ ਕਰਨੀ ਪੈਂਦੀ ਹੈ ਸੰਵਿਧਾਨ ਦੇ ਅੰਦਰ। ਬਾਕੀ ਆ ਕਿ ਚੀਫ ਮਿਨਿਸਟਰ ਮੈਂ ਪਹਿਲਾਂ ਇਹਨਾਂ ਦੇ ਹਿੰਟ ਦੇ ਰਿਹਾ ਵਾ, ਬਾਕੀ ਜਿਹੜੇ ਆਰਟੀਕਲ ਉਹ ਮੈਂ ਕਰਾਊਂਗਾ। ਬਾਕੀ ਜਿਹੜੇ ਇੰਪੋਰਟੈਂਟ ਫੈਕਟ ਉਹ ਦੁਬਾਰਾ ਮੈਂ ਦੱਸਾਂਗਾ ਜੀ। ਅਤੇ ਚੀਫ ਮਿਨਿਸਟਰ ਆ ਜੀ ਜਿੱਦਾਂ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਬੰਧ ਚਲਾਉਂਦਾ ਇੱਦਾਂ ਹੀ ਰਾਜ ਦਾ ਪ੍ਰਬੰਧ ਚਲਾਉਂਦਾ ਵਾ, ਜਿਸ ਦੀ ਨਿਯੁਕਤੀ ਰਾਜਪਾਲ ਕਰਦਾ ਜੀ। ਬਹੁਮਤ ਦਲ ਦਾ ਨੇਤਾ ਹੁੰਦਾ ਜੀ ਇਹ। ਅਤੇ ਜਿਹੜਾ ਮੰਤਰੀ ਪਰਿਸ਼ਦ ਹੁੰਦਾ ਜਿਹੜੀ ਮੰਤਰੀ ਮੰਡਲ ਹੁੰਦਾ ਜੀ ਇਹਦੇ ਦੁਆਲੇ ਘੁੰਮਦੇ ਆ ਕਿ ਜਿਹੜੇ ਵੀ ਮੰਤਰੀ ਜਿਹੜਾ ਮੁੱਖ ਮੰਤਰੀ ਬਣਦਾ ਰਾਜ ਦਾ ਕਿਸੇ ਦਾ ਵੀ ਉਹਦੇ ਜਿਹੜੇ ਮੰਤਰੀ ਹੁੰਦੇ ਉਹਨਾਂ ਬਾਰੇ ਆ ਜੀ। ਇਹ 'ਚ ਵਿਰੋਧੀ ਧਿਰ ਦੇ ਨੇਤਾ ਹੁੰਦੇ ਵੀ ਆ ਕਿਉਂਕਿ ਜਿਹੜੇ MLA ਵਗੈਰਾ ਬਣ ਕੇ ਆਏ ਹੁੰਦੇ ਆ ਤਾਂ ਉਹਨਾਂ ਬਾਰੇ ਗੱਲ ਆ ਜੀ ਉਹ। ਬਾਕੀ ਕਿ ਇਹਨਾਂ ਦੇ ਦੁਆਰਾ ਹੀ ਜਿਹੜੇ ਜਿੱਤੇ ਹੁੰਦੇ ਮੈਂਬਰ ਵਗੈਰਾ ਰਾਜ ਦੇ, ਅਤੇ ਇਹੋ ਹੀ ਮਤਲਬ ਕਿ ਆਪਣਾ ਪ੍ਰਬੰਧ ਚਲਾਉਂਦੇ ਆ ਜੀ ਰਾਜ ਨੂੰ ਕਿ ਕੀ ਡਿਵੈਲਪਮੈਂਟ ਕਰਨੀ ਚਾਹੀਦੀ ਆ, ਕੀ ਕੁਛ ਕਰਨਾ ਚਾਹੀਦਾ, ਸਾਰਾ ਕੁਛ ਇਹੋ ਹੀ ਡਿਸਾਈਡ ਕਰਦੇ ਆ। ਫਿਰ ਉਹ ਮਤਲਬ ਕਿ ਬਿੱਲ ਬਣਾ ਕੇ ਦਿੰਦੇ ਆ, ਕਿੰਨਾ ਖਰਚਾ ਆਉਂਦਾ ਉਹ ਰਾਜਪਾਲ ਨੂੰ ਪੇਸ਼ ਕਰਦੇ ਆ ਕਿਉਂਕਿ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਅਤੇ ਬਾਕੀ ਮੰਤਰੀ ਮੰਡਲ ਬਾਰੇ ਤੁਹਾਨੂੰ ਦੱਸ ਹੀ ਚੁੱਕਿਆ ਜੀ ਕਿਉਂਕਿ ਸਾਰੇ ਇਹਦੇ ਅੰਦਰ ਹੁੰਦੇ ਆ ਜੀ ਜਿਹੜੀ ਉਹ ਸਹਾਇਤਾ ਕਰਦੇ ਆ ਰਾਜਪਾਲ ਨੂੰ ਦਿੰਦੇ ਆ ਜੀ ਜਿੰਨੀ ਵੀ ਸਹਾਇਤਾ ਦਿੰਦੇ ਆ, ਸਲਾਹ ਦਿੰਦੇ ਆ ਜਾਂ ਕਿੱਦਾਂ ਕੋਈ ਕੰਮ ਕਰਨਾ ਉਹਦੇ ਬਾਰੇ ਇਨਫੋਰਮੇਸ਼ਨ ਦਿੰਦੇ ਆ ਜੀ। ਕਿਉਂਕਿ ਮੁੱਖ ਮੰਤਰੀ ਜਿਹੜਾ ਚੀਫ ਮਿਨਿਸਟਰ ਹੁੰਦਾ ਜੀ, ਜੇ ਮੰਤਰੀ ਮੰਡਲ ਆਪਣੇ ਮੁੱਖ ਮੰਤਰੀ ਨੂੰ ਦੱਸਣਗੇ ਤਾਂ ਮੁੱਖ ਮੰਤਰੀ ਫਿਰ ਜਿਹੜਾ ਹੈਗਾ ਜੀ ਉਹ ਰਾਜ ਦਾ ਜਿਹੜਾ ਮੁੱਖ ਮੰਤਰੀ ਉਹ ਫਿਰ ਰਾਜਪਾਲ ਨੂੰ ਦੱਸਦਾ ਵਾ। ਕਿਉਂਕਿ ਮੈਂ ਜ਼ਿਆਦਾ ਡੀਪਲੀ ਨਹੀਂ ਜਾ ਰਿਹਾ, ਜਿਹੜੇ ਮੇਨ ਪੁਆਇੰਟ ਗੱਲ ਬਣਦੀ ਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ। ਹੁਣ ਆਪਾਂ ਆਰਟੀਕਲ ਕਰਦੇ ਹਾਂ, ਆਰਟੀਕਲ ਦੇ ਨਾਲ ਜਿਹੜੇ ਇੰਪੋਰਟੈਂਟ ਪੁਆਇੰਟ ਆ ਜੀ ਉਹ ਵੀ ਆਪਾਂ ਡਿਸਕਸ ਕਰਾਂਗੇ ਜੀ। ਅਤੇ ਜਿਹੜਾ ਰਾਜਪਾਲ ਹੈ ਜੀ ਭਾਗ 6 ਦੇ ਵਿੱਚ ਆਉਂਦਾ ਜੀ, ਅਤੇ ਆਰਟੀਕਲ 153 ਤੋਂ ਇਹਦਾ ਮਤਲਬ ਕਿ ਰਾਜਪਾਲ ਦਾ ਆਰਟੀਕਲ ਸ਼ੁਰੂ ਹੁੰਦਾ ਜੀ। ਕਿ ਆਰਟੀਕਲ 153 ਦੱਸਦਾ ਕਿ ਹਰੇਕ ਰਾਜ ਦਾ ਰਾਜਪਾਲ ਹੋਵੇਗਾ। ਮਤਲਬ ਕਿ ਜਿਹੜਾ ਵਿਧਾਨ ਸਭਾ ਲਈ ਉੱਤਰਦਾਈ ਹੁੰਦਾ ਜੀ ਰਾਜਪਾਲ, ਇਹ ਪੁੱਛ ਸਕਦੇ ਕਿ ਵਿਧਾਨ ਸਭਾ ਲਈ ਉੱਤਰਦਾਈ ਕੌਣ ਹੁੰਦਾ ਜੀ, ਤਾਂ ਉਹ ਸਾਨੂੰ ਪੁੱਛ ਸਕਦੇ ਆ ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਪਸ਼ਨ ਦੇ ਸਕਦੇ ਆ ਜੀ। ਤਾਂ ਰਾਜਪਾਲ ਉੱਤਰਦਾਈ ਹੁੰਦਾ ਜੀ। ਅਤੇ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜੀ ਉਹਨਾਂ ਦਾ ਜਿਹੜਾ ਹੁੰਦਾ ਜੀ ਨਿਯੁਕਤੀ ਹੁੰਦਾ ਰਾਜਪਾਲ ਨਹੀਂ ਹੁੰਦਾ ਜੀ ਪਦ ਉਹਨਾਂ ਦੇ ਅੰਦਰ, ਉੱਥੇ ਉਪ ਰਾਜਪਾਲ ਹੁੰਦਾ ਜੀ। ਮਤਲਬ ਕਿ ਅੰਡੇਮਾਨ ਨਿਕੋਬਾਰ, ਦਿੱਲੀ, ਪਾਂਡੂਚੇਰੀ ਵਿੱਚ ਉਪ ਰਾਜਪਾਲ ਦਾ ਪਦ ਆ ਜੀ, ਉੱਥੇ ਰਾਜਪਾਲ ਦਾ ਪਦ ਨਹੀਂ ਹੁੰਦਾ ਜੀ। ਇਸ ਗੱਲ ਨੂੰ ਧਿਆਨ ਰੱਖਣਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜਪਾਲ ਦਾ ਪਦ ਨਹੀਂ ਹੁੰਦਾ, ਇਹ ਗੱਲ ਧਿਆਨ ਰੱਖਣੀ। ਅਤੇ ਰਾਜਾਂ ਵਿੱਚ ਹੀ ਸਿਰਫ ਹੁੰਦਾ ਵਾ। ਆਰਟੀਕਲ 154 ਦੱਸਦਾ ਜੀ ਰਾਜਾਂ ਦੀ ਕਾਰਜਪਾਲਿਕਾ ਸ਼ਕਤੀ, ਮਤਲਬ ਕਿ ਕਾਰਜ ਕਿਹੜੇ ਕਿਹੜੇ ਕਰ ਸਕਦਾ ਉਹਦੀ ਸ਼ਕਤੀ। ਜਿੱਦਾਂ ਰਾਸ਼ਟਰਪਤੀ ਦੀ ਕਾਰਜਪਾਲਿਕਾ ਸ਼ਕਤੀ ਹੁੰਦੀ ਆ, ਉਸੇ ਤਰ੍ਹਾਂ ਹੀ ਮਤਲਬ ਕਿ ਕਾਰਜ ਕਰਨ ਦੀ ਸ਼ਕਤੀ ਇਹਦੀ ਵੀ ਹੁੰਦੀ ਆ ਰਾਜਪਾਲ ਦੀ। ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਵੀ ਕੋਈ ਰਾਜ ਦਾ ਕੰਮ ਕਰਿਆ ਜਾਂਦਾ ਜੀ ਇਸਦੇ ਨਾਂ 'ਤੇ ਹੀ ਕੀਤਾ ਜਾਂਦਾ ਜੀ। ਆਰਟੀਕਲ 155 ਜੀ ਉਹ ਰਾਜਪਾਲਾਂ ਦੀ ਨਿਯੁਕਤੀ ਕਰਦਾ ਜੀ। ਆਰਟੀਕਲ ਜਿਹੜਾ 156 ਉਹ ਰਾਜਪਾਲ ਦਾ ਕਾਰਜਕਾਲ ਦੱਸਦਾ ਕਿ ਕਿੰਨਾ ਟਾਈਮ ਤੱਕ ਰਹਿ ਸਕਦਾ ਜੀ। ਠੀਕ ਆ ਜੀ। ਬਾਕੀ ਇਹਦਾ ਤਾਂ ਤੁਹਾਨੂੰ ਪਤਾ ਕਿ ਰਾਸ਼ਟਰਪਤੀ ਜਿੰਨਾ ਚਿਰ ਚਾਹਵੇ ਉਹਨੂੰ ਰੱਖ ਸਕਦਾ, 5 ਸਾਲ ਤੋਂ ਵੱਧ ਵੀ ਰੱਖ ਸਕਦਾ ਵਾ।
ਤੇ ਆਰਟੀਕਲ ਜਿਹੜਾ 157 ਜੀ ਉਹ ਦੱਸਦਾ ਕਿ ਰਾਜਪਾਲ ਪਦ ਦੀ ਯੋਗਤਾਵਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ, ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ। 35 ਸਾਲ ਦੀ ਉਮਰ ਤੱਕ ਦਾ ਹੋਵੇ, ਵਿਧਾਨ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ ਅਤੇ ਕਿਸੇ ਲਾਹੇਵੰਦ ਅਹੁਦੇ 'ਤੇ ਨਾ ਹੋਵੇ ਅਤੇ ਭਾਰਤ ਦਾ ਨਾਗਰਿਕ ਹੋਵੇ। ਅਤੇ ਆਰਟੀਕਲ 158 ਜੀ ਰਾਜਪਾਲ ਅਹੁਦੇ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਜੀ, ਉਹ ਸ਼ਰਤਾਂ ਮੰਨਣੀਆਂ ਜ਼ਰੂਰੀ ਹੁੰਦੀਆਂ ਨੇ, ਉਹ ਗੱਲਾਂ ਬਾਰੇ ਦੱਸਿਆ ਗਿਆ ਜੀ। ਆਰਟੀਕਲ 159 ਹੈ ਜੀ ਰਾਜਪਾਲ ਦੀ ਸਹੁੰ ਬਾਰੇ ਦੱਸਦਾ ਵਾ। ਆਰਟੀਕਲ 160 ਦੱਸਦਾ ਕਿ ਜੇ ਕੁਛ ਅਚਾਨਕ ਥਾਵਾਂ 'ਤੇ ਰਾਜਪਾਲ ਨਾ ਹੋਵੇ ਤਾਂ ਉਹਦੇ ਅਹੁਦੇ ਦੇ ਕਾਰਜਕਾਲ ਦਾ ਨਿਭਾਉਣਾ, ਕਿ ਕੋਈ ਇੱਦਾਂ ਦਾ ਬੰਦਾ ਵੀ ਹੋਵੇ ਕਿ ਜਿਹਦਾ ਰਾਜਪਾਲ ਦਾ ਕੰਮ ਸੰਭਾਲੇ। ਜਿੱਦਾਂ ਮੰਨ ਲਓ ਰਾਜਪਾਲ ਦੀ ਕਿਸੇ ਦੀ ਡੈਥ ਹੋ ਗਈ ਆ ਜਾਂ ਐਬਸੈਂਟ ਜਾਂ ਕਿਤੇ ਗਿਆ ਵਾ ਅਤੇ ਕੋਈ ਕੰਮ ਕਰਨਾ ਵਾ, ਤਾਂ ਕਿਸੇ ਹੋਰ ਬੰਦੇ ਨੂੰ ਵੀ ਰਾਜਪਾਲ ਉਨਾ ਚਿਰ ਆਰਜੀ ਤੌਰ 'ਤੇ ਲਾਇਆ ਜਾ ਸਕਦਾ ਕਿ ਜਿਹੜਾ ਕੰਮ ਕਰ ਸਕੇ ਉਸ ਜਗ੍ਹਾ 'ਤੇ। ਆਰਟੀਕਲ ਜਿਹੜਾ ਜੀ 161 ਉਹ ਕੁਛ ਸ਼ਰਤਾਂ ਵਿੱਚ ਮਤਲਬ ਕਿ ਰਾਜਪਾਲ ਦੀ ਮਾਫੀਆ ਆ ਦੇਣ ਦਿਆ, ਮਤਲਬ ਕਿ ਜੇ ਮਤਲਬ ਕਿ ਕੋਈ ਕਿਸੇ ਨੂੰ ਦੰਡ ਦੇਣਾ ਵਾ ਜਾਂ ਕਿਸੇ ਦੀ ਮਾਫੀ ਆ ਉਹ ਦੇ ਸਕਦਾ, ਜਿੱਦਾਂ ਰਾਸ਼ਟਰਪਤੀ ਕਿਸੇ ਦਾ ਮਤਲਬ ਕਿ ਸਜ਼ਾ ਵਗੈਰਾ ਮਾਫ ਕਰ ਸਕਦਾ। ਇਸੇ ਤਰ੍ਹਾਂ ਹੀ ਮਤਲਬ ਕਿ ਰਾਜਪਾਲ ਵੀ ਰਾਜ ਦੇ ਅੰਦਰ ਮਤਲਬ ਕਿ ਕੋਈ ਮਾਫੀ ਦੇ ਸਕਦਾ ਵਾ, ਜਾਂ ਮਤਲਬ ਕਿ ਕੋਈ ਦੰਡ ਆ ਕਿਸੇ ਨੂੰ ਮਿਲਿਆ ਤਾਂ ਉਹਨੂੰ ਮਾਫ ਕਰਨ ਦੀ ਸ਼ਕਤੀ ਆ ਜੀ ਇਹਦੇ ਤੋਂ। ਆਰਟੀਕਲ 162 ਹੈ ਜੀ ਰਾਜ ਦੀ ਕਾਰਜਕਾਰੀ ਸ਼ਕਤੀ ਦਾ ਵਿਸਤਾਰ ਕਰਦਾ ਜੀ। ਇਹ ਆ ਕਿ ਜਿੰਨਾ ਵੀ ਜਿਹੜਾ ਤੁਹਾਨੂੰ ਮੈਂ ਜਿੱਦਾਂ ਦੱਸ ਰਿਹਾ ਜੀ ਉਨਾ ਹੀ ਲਿਖਿਆ ਹੋਊਗਾ। ਜਿਹੜੀ ਚੀਜ਼ ਹੈ ਡੀਪਲੀ ਐਕਸਪਲੇਨ ਕਰ ਲਈ ਉਹ ਮੈਂ ਐਕਸਪਲੇਨ ਕਰੀ ਜਾ ਰਿਹਾ ਵਾਂ, ਇਸ ਗੱਲ ਨੂੰ ਧਿਆਨ ਰੱਖਿਓ ਜੀ। ਆਰਟੀਕਲ ਜਿਹੜਾ 213 ਜੀ ਰਾਜਪਾਲ ਦੀ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਆ ਜੀ। ਅਤੇ ਆਰਟੀਕਲ 213 ਬਹੁਤ ਇੰਪੋਰਟੈਂਟ ਆ ਜੀ। ਜਿਹੜੇ ਵੀ ਆਰਟੀਕਲ ਮੈਂ ਲਿਖੇ ਹੋਏ ਆ ਇਹ ਇੰਪੋਰਟੈਂਟ ਆ ਜੀ, ਇਹ ਤੁਸੀਂ ਪੜ੍ਹ ਕੇ ਰੱਖਣੇ ਆ, ਤੁਹਾਨੂੰ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ। ਅੱਗੇ ਮੰਤਰੀ ਮੰਡਲ ਜਿਹੜੀ ਮੰਤਰੀ ਪ੍ਰੀਸ਼ਦ ਜਿਹੜਾ ਰਾਜ ਦੇ ਹੁੰਦੇ ਆ ਜੀ, ਉਹ ਆਰਟੀਕਲ 163 ਆ ਜੀ। ਰਾਜਪਾਲ ਨੂੰ ਸਹਾਇਤਾ ਦੇਣ ਲਈ ਮੰਤਰੀ ਪ੍ਰੀਸ਼ਦ ਹੋਵੇਗਾ ਜੀ। ਅਤੇ ਆਰਟੀਕਲ 164 ਹੈ ਜੀ ਉਹ ਦੱਸਦਾ ਜੀ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਰਾਜਪਾਲ ਦੁਆਰਾ ਹੁੰਦੀ ਆ ਜੀ। ਅਤੇ ਕੁਛ ਹੋਰ ਬਾਬਤ ਉਪਬੰਧ ਵੀ ਹੁੰਦੇ ਆ ਰਾਜਪਾਲ ਨਾਲ ਸੰਬੰਧਿਤ, ਕਿ ਹੋਰ ਵੀ ਜਿਹੜੇ ਕਾਰਜ ਆ ਜੀ ਉਹ ਫਿਰ 164 'ਤੇ ਆਉਂਦੇ ਆ ਆਰਟੀਕਲ ਦੇ ਅੰਦਰ। ਤੁਸੀਂ ਜਿਹੜੇ ਵੀ ਚੀਜ਼ ਲਿਖੀ ਹੋਈ ਆ ਜੀ ਆਰਟੀਕਲ ਦੇ ਸਾਹਮਣੇ, ਉਹ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਕਿ ਉਹ ਚੀਜ਼ ਕੀ ਕਹਿ ਰਿਹਾ ਵਾ, ਕਿਉਂਕਿ ਤੁਹਾਨੂੰ ਇੱਦਾਂ ਹੀ ਲਿਖਿਆ ਜਾ ਰਿਹਾ ਵਾ। ਜੇ ਤੁਹਾਨੂੰ ਕੋਈ ਅੱਧ ਦੀ ਇਨਫੋਰਮੇਸ਼ਨ ਉਹ ਨਹੀਂ ਪੁੱਛੀ ਜਾਊਗੀ ਜੀ। ਅਤੇ ਇਹ ਆ ਜੀ ਰਾਜ ਦਾ ਐਡਵੋਕੇਟ ਜਨਰਲ। ਅਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨੇ ਬਦਲੇ ਗਏ ਜੀ, ਕਦੇ ਦਿਓਲ ਆ ਗਿਆ, ਕਦੇ ਕੋਈ ਆ ਗਿਆ ਜੀ। ਹੁਣ ਤਾਂ ਤੁਹਾਨੂੰ ਪਤਾ ਜਿਹੜਾ ਹੁਣ ਵਰਤਮਾਨ ਚੱਲ ਰਿਹਾ ਜੀ ਉਹ ਵੀ ਐਡਵੋਕੇਟ ਜਨਰਲ ਬਾਰੇ ਦੱਸਾਂਗਾ ਜੀ। ਅਤੇ ਰਾਜ ਆਰਟੀਕਲ 165 ਹੈ ਜੀ ਉਹ ਦੱਸਦਾ ਕਿ ਰਾਜ ਦਾ ਐਡਵੋਕੇਟ ਜਨਰਲ ਹੋਵੇਗਾ ਜੀ। ਆਰਟੀਕਲ 166 ਹੈ ਜੀ ਉਹ ਦੱਸਦਾ ਕਿਸੇ ਰਾਜ ਦੀ ਸਰਕਾਰ ਦੇ ਕਾਰਜ ਦਾ ਸੰਚਾਲਨ, ਇਸ ਦੇ ਬਾਰੇ ਦੱਸਦਾ ਜੀ ਆਰਟੀਕਲ, ਕਿ ਕਿਸੇ ਰਾਜ ਦਾ ਮਤਲਬ ਕਿ ਕਿਹੜਾ ਕਾਰਜ ਦਾ ਸੰਚਾਲਨ ਕਿੱਦਾਂ ਕਰਨਾ ਉਹਦੇ ਬਾਰੇ ਦੱਸਦਾ ਵਾ। ਆਰਟੀਕਲ 167 ਹੈ ਰਾਜਪਾਲ ਨੂੰ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਦੇ ਕਰਤੱਵ ਕਿਹੜੇ ਆ ਜੀ, ਕਿ ਮੁੱਖ ਮੰਤਰੀ ਕੀ ਦੱਸਣਾ ਉਹਦਾ ਕੀ ਫਰਜ਼ ਆ, ਕਿ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ। ਅਤੇ ਇਹ ਫਰਜ਼ ਸਮਝ ਕੇ ਉਹਨੇ ਰਾਜਪਾਲ ਨੂੰ ਦੱਸਣੇ ਆ, ਕਿਉਂਕਿ ਰਾਜਪਾਲ ਤੋਂ ਕੋਈ ਵੀ ਚੀਜ਼ ਛੁਪਾ ਨਹੀਂ ਸਕਦਾ। ਕਿ ਇਹ ਹੈ ਕਿ ਜਿੰਨਾ ਚਿਰ ਰਾਜਪਾਲ ਨੂੰ ਉਹਨੂੰ ਮਨਜ਼ੂਰੀ ਨਹੀਂ ਦਿੰਦਾ ਉਨਾ ਚਿਰ ਉਹਦੇ 'ਤੇ ਕੋਈ ਵੀ ਐਕਸ਼ਨ ਨਹੀਂ ਹੋਊਗਾ। ਮਤਲਬ ਕਿ ਕੋਈ ਬਿੱਲ ਪਾਸ ਕਰਾਉਣਾ ਵਾ ਉਨਾ ਚਿਰ ਪਾਸ ਨਹੀਂ ਹੋਊਗਾ ਜਿੰਨਾ ਚਿਰ ਰਾਜਪਾਲ ਤੋਂ ਮਨਜ਼ੂਰੀ ਨਹੀਂ ਮਿਲਦੀ। ਆਰਟੀਕਲ 175 ਆ ਜੀ ਰਾਜਪਾਲ ਦਾ ਸਦਨਾਂ ਨੂੰ ਸੰਬੋਧਨ ਕਰਨ ਦਾ ਸੰਦੇਸ਼ ਅਤੇ ਭੇਜਣ ਦਾ ਅਧਿਕਾਰ ਆ ਜੀ। ਸੰਬੋਧਨ ਕਰਨਾ ਸਦਨਾਂ ਨੂੰ ਜਾਂ ਸੰਦੇਸ਼ ਭੇਜਣ ਦਾ ਅਧਿਕਾਰ ਆ ਜੀ, ਉਹ ਆਰਟੀਕਲ 175 ਦੱਸਦਾ ਵਾ। ਅਤੇ ਜਿਹੜਾ ਰਾਜਪਾਲ ਦਾ ਵਿਸ਼ੇਸ਼ ਭਾਸ਼ਣ ਆ ਜੀ ਉਹ ਆਰਟੀਕਲ 176 ਦੇ ਵਿੱਚ ਲਿਖਿਆ ਗਿਆ ਇਹਦੇ ਬਾਰੇ। ਅਤੇ ਇਹ ਜਿੰਨੇ ਵੀ ਆਰਟੀਕਲ ਆ ਜੀ ਰਾਜਪਾਲ ਦੇ, ਇਹ ਕੋਈ ਨਾ ਕੋਈ ਸਬ ਇੰਸਪੈਕਟਰ ਜਾਂ ਇੰਟੈਲੀਜੈਂਸ ਅਸਿਸਟੈਂਟ ਹੋਇਆ ਜੀ, ਕਿੰਨੇ ਵੀ ਐਗਜ਼ਾਮ ਹੋਏ ਸੀ ਉਹਨਾਂ ਦੇ ਆਏ ਆ ਜੀ, ਕੋਈ ਵੀ ਆਰਟੀਕਲ ਮਿਸ ਨਹੀਂ ਕੀਤਾ ਗਿਆ। ਇਹ ਗੱਲ ਆ ਕਿ 2 ਰਾਜਾਂ ਦਾ ਇੱਕ ਰਾਜਪਾਲ ਹੋ ਸਕਦਾ ਜੀ। ਅਤੇ ਆਨੰਦੀ ਭਾਈ ਪਟੇਲ ਆ ਜੀ ਜਿਹੜੇ ਯੂਪੀ ਦੀ ਹੈਗੀ ਸੀ ਰਾਜਪਾਲ ਸੀ, ਅਤੇ ਐਮਪੀ ਦੇ ਰਾਜਪਾਲ ਟੰਡਨ ਦਾ ਦੇਹਾਂਤ ਹੋ ਗਿਆ ਸੀ ਜੀ। ਫਿਰ ਉਹ ਯੂਪੀ ਦੇ ਐਮਪੀ ਦੋਵਾਂ ਦੀ ਰਾਜਪਾਲ ਰਹੀ ਸੀ ਜੀ। ਇਹ ਗੱਲ ਨੂੰ ਧਿਆਨ ਰੱਖਣਾ ਕਿ ਕਿਹੜੀ ਸੀ ਕਿ ਜਿਹੜੀ 2 ਰਾਜਾਂ ਦੀ ਰਾਜਪਾਲ ਰਹੀ ਸੀ, ਤਾਂ ਆਨੰਦੀ ਭਾਈ ਪਟੇਲ ਆ ਜੀ। ਅਤੇ 7ਵੀਂ ਸੋਧ 1956 ਵਿੱਚ 2 ਰਾਜਾਂ ਦਾ ਰਾਜਪਾਲ ਇੱਕ ਹੋ ਸਕਦਾ ਜੀ। ਅਤੇ ਜਿਹੜੇ ਭੱਤੇ ਤਨਖਾਹ ਜੀ ਦੋਨਾਂ ਰਾਜਾਂ ਦੀ ਸੰਚਦ ਵਿਧੀ ਰਾਹੀਂ ਨਿਸ਼ਚਿਤ ਮਿਲਦੇ ਆ ਜੀ। ਅਤੇ ਬਾਕੀ ਜਿਹੜਾ ਅਨੁਪਾਤ ਕਿਹਨੂੰ ਲਾਉਣਾ ਜੀ ਉਹ ਰਾਸ਼ਟਰਪਤੀ ਨਿਸ਼ਚਿਤ ਕਰਦਾ ਵਾ। ਅਤੇ ਇੱਦਾਂ ਪੁੱਛ ਸਕਦੇ ਆ ਕਿ ਕਿਹੜੇ ਐਕਟ ਦੇ ਅਕੋਰਡਿੰਗ ਜਿਹੜਾ ਅਮੈਂਡਮੈਂਟ ਹੋਈ ਹੈ ਜੀ, ਜਿਸ ਅਕੋਰਡਿੰਗ 2 ਰਾਜਾਂ ਦਾ ਇੱਕ ਰਾਜਪਾਲ ਹੋ ਸਕਦਾ ਜੀ, ਉਹ ਹੈ 7ਵੀਂ ਸੋਧ 1956 'ਚ ਹੋਈ ਸੀ। ਹਾਈ ਕੋਰਟ ਦਾ ਜੱਜ ਆ ਜੀ, ਇਹ ਸਹੁੰ ਚੁਕਾਉਂਦਾ ਰਾਜਪਾਲ ਨੂੰ। ਅਤੇ ਧਨ ਬਿੱਲ ਨੂੰ ਛੱਡ ਕੇ ਰਾਜਪਾਲ ਬਾਕੀ ਬਿੱਲਾਂ ਨੂੰ ਪੁਨਰ ਵਿਚਾਰ ਲਈ ਭੇਜ ਸਕਦਾ ਜੀ। ਅਤੇ ਭਾਰਤੀ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਆ ਜੀ ਸ਼੍ਰੀਮਤੀ ਸਰੋਜਨੀ ਨਾਇਡੂ। ਅਤੇ ਜ਼ਿਲ੍ਹਾ ਜੱਜ ਦੀ ਨਿਯੁਕਤੀ ਆ ਜੀ ਰਾਜਪਾਲ ਕਰ ਸਕਦਾ ਵਾ। ਐਡਵੋਕੇਟ ਜਨਰਲ ਰਾਜਾਂ ਦਾ ਪਹਿਲਾ ਵਿਧੀ ਅਧਿਕਾਰੀ ਹੋਵੇਗਾ। ਇਹ ਨਿਆਇਕ ਮਾਮਲੇ ਵਿੱਚ ਸਲਾਹ ਦੇਣ ਦਾ ਕੰਮ ਕਰਦਾ ਵਾ। ਠੀਕ ਆ ਜੀ। ਭਾਰਤ ਦਾ ਜਿਹੜਾ ਹੁਣ ਐਡਵੋਕੇਟ ਜਨਰਲ ਆ ਜੀ, ਠੀਕ ਆ ਜੀ, ਹੁਣ ਦਪਿੰਦਰ ਸਿੰਘ ਪਟਵਾਲੀਆ ਵਾ। ਇਹ ਗੱਲ ਨੂੰ ਧਿਆਨ ਰੱਖਣਾ ਵਾ ਜੀ। ਬਾਕੀ ਸਾਰੇ ਹੀ ਉਹਨਾਂ ਨੇ ਮਤਲਬ ਕਿ ਆਪਣਾ ਅਸਤੀਫਾ ਵਗੈਰਾ ਦੇ ਕੇ ਨੇ ਹੁਣ ਇਹ ਕੰਮ ਕਰ ਰਹੇ ਆ ਹੁਣ ਅਹੁਦੇ 'ਤੇ।
ਦਵਿੰਦਰ ਸਿੰਘ ਪਟਵਾਲੀਆ ਅਤੇ ਬਨਵਾਰੀ ਲਾਲ ਪੁਰੋਹਿਤ ਆ ਜੀ। ਇਹ ਹੁਣ ਆਪਣੇ ਹੈਗੇ ਆ ਰਾਜਪਾਲ 29ਵੇਂ ਅਤੇ 31 ਅਗਸਤ 2021 ਨੂੰ ਇਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ। ਅਤੇ ਭਾਰਤ ਦਾ ਜਿਹੜਾ ਪਹਿਲਾ ਗਵਰਨਰ ਸੀ ਜੀ ਸਰ ਚੰਦੂ ਲਾਲ ਮਾਧਵ ਲਾਲ ਤ੍ਰਿਵੇਂਦਰੀ ਸੀ ਜੀ। ਅਤੇ ਕੈਗ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਕੈਗ ਦੇ ਬਾਰੇ ਮੈਂ ਇਨਫੋਰਮੇਸ਼ਨ ਪਹਿਲਾਂ ਵੀ ਦੇ ਚੁੱਕਿਆ ਸੀ, ਹੁਣ ਦੁਬਾਰਾ ਦੇਣੀ ਚਾਹੁੰਦਾ ਜੀ। ਅਤੇ ਆਰਟੀਕਲ 148 ਆ ਜੀ ਕੈਗ ਦੀ ਪਰਿਭਾਸ਼ਾ ਦੱਸਦਾ ਜੀ ਕਿ ਇੱਕ ਕੈਗ ਹੋਵੇਗਾ ਜੀ ਜਿਹੜਾ ਕੇਂਦਰ ਅਤੇ ਰਾਜਾਂ ਦੇ ਦੋਨਾਂ ਦੇ ਲੇਖਾ ਦੇਖ ਦੀ ਰਿਪੋਰਟ ਰਾਸ਼ਟਰਪਤੀ ਨੂੰ ਪੇਸ਼ ਕਰਦਾ ਜੀ। ਅਤੇ ਜਿਹੜੀ ਮਤਲਬ ਕਿ ਰਿਪੋਰਟ ਵਗੈਰਾ ਜਾਂ ਕੋਈ ਵੀ ਵਾਰਤਕ ਰਿਪੋਰਟ ਜੋ ਰਾਸ਼ਟਰਪਤੀ ਨੂੰ ਪੇਸ਼ ਕਰਦਾ ਜੀ ਤਾਂ ਇਸ ਦੀ ਰਿਪੋਰਟ ਦੀ ਜਾਂਚ ਲਈ ਕਮੇਟੀ ਬਣਾਈ ਜਾਂਦੀ ਆ, ਲੋਕ ਲੇਖਾ ਕਮੇਟੀ ਹੁੰਦੀ ਆ ਇਹ। ਅਤੇ ਇਸ ਦਾ ਜਿਹੜਾ ਨੇਤਾ ਹੁੰਦਾ ਜੀ ਵਿਰੋਧੀ ਧਿਰ ਦਾ ਨੇਤਾ ਹੁੰਦਾ ਜੀ, ਉਹ ਜਾਂਚ ਕਰਦਾ ਕਿ ਸਹੀ ਕੰਮ ਕਰ ਰਿਹਾ ਜਿਹੜਾ ਕੈਗ ਵਗੈਰਾ ਤਾਂ ਨਹੀਂ ਕਰ ਰਿਹਾ, ਠੀਕ ਆ ਜੀ। ਅਤੇ ਆਰਟੀਕਲ 149 ਜੀ ਉਹ ਦੱਸਦਾ ਕਿ ਕਾਰਜ ਸ਼ਕਤੀਆਂ ਦੇ ਕਰਤੱਵ ਕੈਗ ਦੇ। ਅਤੇ ਆਰਟੀਕਲ 151 ਦੱਸਦਾ ਕਿ ਵਾਰਸ਼ਿਕ ਰਿਪੋਰਟ ਕੇਂਦਰ 'ਚ ਰਾਸ਼ਟਰਪਤੀ ਨੂੰ ਪੇਸ਼ ਕਰਦਾ ਜੀ ਕੈਗ, ਉਹਦੇ ਬਾਰੇ ਦੱਸਿਆ ਗਿਆ ਜੀ। ਪਹਿਲੇ 'ਚ ਉਹ ਰਿਪੋਰਟਾਂ ਪੇਸ਼ ਕਰੇਗਾ ਜੀ ਉਹਨਾਂ ਲੇਖਾ ਜੋਖਾ ਦੀਆਂ ਕੇਂਦਰ ਅਤੇ ਰਾਜ ਦੀਆਂ। ਜਿਹੜੇ ਵਾਰਸ਼ਿਕ ਰਿਪੋਰਟ ਆ ਜੀ ਉਹ ਫਿਰ ਜਿਹੜੀ ਵਾਰਸ਼ਿਕ ਰਿਪੋਰਟ ਆਉਂਦੀ 151 'ਚ, ਜੇ ਉੱਦਾਂ ਲੇਖਾ ਜੋਖਾ ਬਾਰੇ ਪੁੱਛਣ ਤੋਂ ਆਉਂਦਾ ਜੀ 148 ਵਿੱਚ ਆਰਟੀਕਲ ਦੇ। ਅਤੇ ਜਿਹੜਾ ਕਾਰਜਕਾਲ ਹੁੰਦਾ ਜੀ ਕੈਗ ਦਾ 6 ਸਾਲ ਦਾ ਹੁੰਦਾ ਵਾ। ਅਤੇ ਜੇ ਮੰਨ ਲਓ ਉਮਰ ਦੀ ਗੱਲ ਕਰਦੇ ਹਾਂ 65 ਸਾਲ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ ਜੀ। ਜੇ ਮੰਨ ਲਓ ਕੋਈ 62 ਸਾਲ ਦੀ ਉਮਰ ਵਿੱਚ ਕੈਗ ਲੱਗਿਆ ਜੀ ਉਹਨੂੰ ਫਿਰ 2006 ਸਾਲ ਤੱਕ ਆਪਣੇ ਅਹੁਦੇ 'ਤੇ ਨਹੀਂ ਰਹੇਗਾ। ਜਦੋਂ ਦੀ 65 ਸਾਲ ਉਮਰ ਹੋ ਜਾਂਦੀ ਤਾਂ ਉਹਨੂੰ ਆਪਣੇ ਪਦ ਤੋਂ ਅਸਤੀਫਾ ਦੇਣਾ ਪੈਣਾ, ਮਤਲਬ ਕਿ ਛੱਡਣਾ ਪੈਣਾ ਉਹਨੂੰ। ਅਤੇ ਜਿਹੜਾ ਵਰਤਮਾਨ ਕੈਗ ਆ ਜੀ ਹੁਣ ਗਿਰੀਸ਼ ਚੰਦਰ ਮੁਰਮੂ ਆ ਜੀ। ਅਤੇ ਇਹਦਾ ਨਿਯੁਕਤੀ ਕੌਣ ਕਰਾਉਂਦਾ ਜੀ? ਰਾਸ਼ਟਰਪਤੀ ਦੁਆਰਾ ਨਿਯੁਕਤੀ ਹੁੰਦੀ ਹੈ ਜੀ। ਅਤੇ ਜਿਹੜਾ ਤਿਆਗ ਪੱਤਰ ਆ ਜੀ ਉਹ ਆਪਣਾ ਰਾਸ਼ਟਰਪਤੀ ਨੂੰ ਦਿੰਦਾ ਜੀ। ਜੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ ਜੀ ਅਤੇ ਭਾਰਤ ਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਆ ਜੀ ਡਾਕਟਰ ਗੋਪੀ ਚੰਦ ਭਾਰਗਵ। ਅਤੇ ਜਿਹੜੇ 15 ਅਗਸਤ 1947 ਤੋਂ 13 ਅਪ੍ਰੈਲ 1949 ਤੱਕ ਰਹੇ ਜੀ। ਇਸ ਤੋਂ ਬਾਅਦ ਲਾਲਾ ਭੀਮ ਸੈਨ ਸੱਚਰ ਆ ਜੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਜੀ। ਅਤੇ ਇਹ ਆ ਕਿ ਡਾਕਟਰ ਗੋਪੀ ਚੰਦ ਭਾਰਗਵ ਲਾਲਾ ਭੀਮ ਸੈਨ ਸੱਚਰ 3 ਵਾਰ ਮੁੱਖ ਮੰਤਰੀ ਬਣੇ, ਠੀਕ ਆ ਜੀ। ਅਤੇ 1 ਨਵੰਬਰ 1966 ਨੂੰ ਜਿਹੜੇ ਬਣੇ ਸੀ ਜੀ ਜਦੋਂ ਆਪਣਾ ਭਾਰਤ ਵੱਖ ਗਿਆ ਜੀ ਇੱਕ ਪੰਜਾਬ ਤੋਂ, ਜਦੋਂ ਹਰਿਆਣਾ ਅਤੇ ਜਿਹੜੇ ਹਿਮਾਚਲ ਵੱਖ ਹੋ ਗਏ ਸੀ ਉਹ ਤੋਂ ਜਿਹੜਾ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਜੀ 1 ਨਵੰਬਰ 1966 ਨੂੰ। ਤਾਂ ਉਹ ਆ ਜੀ ਗਿਆਨੀ ਗੁਰਮੁਖ ਸਿੰਘ ਮੁਸਾਫਰ, ਇਹ ਤੁਸੀਂ ਯਾਦ ਕਰਨਾ ਜੀ। ਅਤੇ ਤੁਹਾਨੂੰ ਪਤਾ ਹੈ ਕਿ ਡਾਕਟਰ ਗੋਪੀ ਚੰਦ ਭਾਰਗਵ ਹੈ ਜੀ ਇਹਦੇ ਬਾਰੇ ਤਾਂ ਸ਼ਾਇਦ ਪੁੱਛਿਆ ਗਿਆ ਸੀ ਕਿ ਕਲਰਕ ਦਾ ਐਗਜ਼ਾਮ ਹੋਇਆ ਸੀ ਕਿ ਕਿੰਨੀ ਵਾਰ ਬਣੇ ਸੀ, ਅਤੇ ਤੁਸੀਂ ਦੇਖ ਸਕਦੇ ਹੋ ਜੀ। ਅਤੇ ਹੁਣ ਤੁਹਾਨੂੰ ਪਤਾ ਕੈਪਟਨ ਤੋਂ ਬਾਅਦ ਬਣ ਗਏ ਸੀ ਚੰਨੀ ਬਣ ਗਿਆ ਸੀ। ਹੁਣ ਜਦੋਂ ਇਲੈਕਸ਼ਨ ਹੋਣਗੀਆਂ ਨਵੀਆਂ ਤਾਂ ਉਹਨਾਂ ਵਿੱਚ ਇੱਕ ਨਵਾਂ ਮੁੱਖ ਮੰਤਰੀ ਆ ਜਾਣਾ ਜੀ, ਦੇਖੋ ਕਿਹੜਾ ਆਉਂਦਾ ਜੀ। ਬਾਕੀ ਰਾਸ਼ਟਰਪਤੀ ਰਾਜ ਕਦੋਂ ਲੱਗਾ ਜੀ ਉਹਦੇ ਬਾਰੇ ਵੀ ਪੁੱਛ ਸਕਦੇ ਆ ਜੀ। ਅਤੇ ਰਾਸ਼ਟਰਪਤੀ ਰਾਜ ਪੰਜਾਬ ਦੇ ਅੰਦਰ ਲੱਗਾ ਜੀ 5 ਜੁਲਾਈ 1966 ਨੂੰ। ਅਤੇ ਬਾਕੀ ਪੰਜਾਬ ਦੇ ਰਾਜਪਾਲ ਬਾਰੇ ਚੰਦੂ ਲਾਲ ਤ੍ਰਿਵੇਂਦਰੀ ਬਾਰੇ ਤਾਂ ਦਸਤਖਤ ਹੈ ਅਤੇ ਪਹਿਲਾ ਆਪਣਾ ਰਾਜਪਾਲ ਸੀ ਜੀ, ਠੀਕ ਆ 15 ਅਗਸਤ 1947 ਤੋਂ। ਅਤੇ ਹੁਣ ਬਨਵਾਰੀ ਲਾਲ ਪੁਰੋਹਿਤ ਆ ਜੀ ਜਿਹੜਾ ਹੈਗਾ ਜੀ VP ਸਿੰਘ ਬਦਨੌਰ ਆ ਜੀ, ਇਹਨਾਂ ਨੇ ਹੁਣ ਆਪਣਾ ਪਦ ਛੱਡਤਾ ਵਾ। ਹੁਣ ਨਵੇਂ ਆਪਣੇ ਬਨਵਾਰੀ ਲਾਲ ਪੁਰੋਹਿਤ ਆ ਜੀ। ਤੁਹਾਨੂੰ ਮੈਂ ਦੱਸ ਚੁੱਕਿਆ ਕਿ ਕਦੋਂ ਤੋਂ ਉਹਨਾਂ ਜੁਆਇਨਿੰਗ ਕੀਤੀ ਹੈ, 2021 ਦੇ ਵਿੱਚ ਜੁਆਇਨਿੰਗ ਕੀਤੀ ਹੋਈ ਜੀ ਉਹਨਾਂ ਨੇ ਅਗਸਤ ਮਹੀਨੇ ਤੋਂ। ਆਹ ਪੰਜਾਬ ਦਾ ਨਵਾਂ ਮੰਤਰੀ ਮੰਡਲ ਸੀ ਜੀ। ਹੁਣ ਨਵਾਂ ਮੰਤਰੀ ਮੰਡਲ ਆਉਣਾ ਜੀ ਅਤੇ ਜਦੋਂ ਵੋਟਾਂ ਤੋਂ ਬਾਅਦ ਮੰਤਰੀਆਂ ਨੂੰ ਅਹੁਦੇ ਦਿੱਤੇ ਜਾਣਗੇ ਜੀ ਉਹਨਾਂ ਬਾਰੇ ਦੱਸਿਆ ਜਾਊਗਾ ਜੀ। ਬਾਕੀ ਇਹਨੂੰ ਤੁਸੀਂ ਛੱਡ ਸਕਦੇ ਹੋ ਜੀ। ਅਤੇ ਬਾਕੀ ਕਦੋਂ ਕੋਈ ਬਣਿਆ ਸੀ ਰਾਜਪਾਲ ਉਹ ਦੇਖ ਸਕਦੇ ਹੋ। ਬਾਕੀ 1966 ਦਾ ਜੇ ਪੁੱਛਦੇ ਆ ਜੀ ਅਤੇ ਆਹ ਧਰਮਵੀਰ ਬਣਿਆ ਸੀ ਜੀ 27 ਜੂਨ 1966 ਨੂੰ। ਅਤੇ ਜੇ ਮੰਨ ਲਾ ਪੁੱਛਦੇ ਆ ਕਿ 1 ਨਵੰਬਰ 1966 ਤੋਂ ਬਾਅਦ ਕਿਹੜਾ ਬਣਿਆ ਸੀ ਜੀ ਉਹ ਸਰਦਾਰ ਮੇਹਰ ਸਿੰਘ ਬਣਿਆ ਸੀ। ਅਤੇ ਇਹ ਆ ਕਿ ਜੇ ਮੰਨ ਲਾ ਪੁੱਛ ਸਕਦੇ ਕਿ ਬਨਵਾਰੀ ਲਾਲ ਪੁਰੋਹਿਤ ਤੋਂ ਪਹਿਲਾਂ ਕਿਹੜੇ ਸੀ ਗਵਰਨਰ, ਤਾਂ ਪੰਜਾਬ ਦੇ ਉਹ ਸੀ VP ਸਿੰਘ ਬਦਨੌਰ। ਅਤੇ 22 ਅਗਸਤ 2016 ਨੂੰ ਇਹਨਾਂ ਨੇ ਆਪਣੇ ਪਦ ਸੰਭਾਲਿਆ ਸੀ ਜੀ। ਬਾਕੀ ਕੋਈ ਵੀ ਇਨਫੋਰਮੇਸ਼ਨ ਹੋਵੇਗੀ ਜੀ ਪੁੱਛ ਸਕਦੇ ਹੋ ਜੀ। ਬਾਕੀ ਸੌਰੀ ਜੀ ਮੇਰੀ ਗੱਲ ਜੇ ਮੈਂ ਕੋਈ ਗਲਤ ਬੋਲ ਗਿਆ ਹੋਵਾਂਗਾ ਜਾਂ ਕੋਈ ਮਿਸ ਹੋ ਗਏ ਜੀ। ਅਤੇ ਬਾਕੀ ਤੁਸੀਂ ਨੋਟਸ ਦੇ ਅਕੋਰਡਿੰਗ ਆਪ ਦੇਖੀ ਜਾਇਓ। ਅਤੇ ਬਾਕੀ ਆ ਕਿ ਇਹਦੇ ਵਿੱਚੋਂ ਤੁਹਾਨੂੰ ਕੋਈ ਪ੍ਰਸ਼ਨ ਵਗੈਰਾ ਜੋ ਵੀ ਪੇਪਰ ਦੇ ਵਿੱਚ ਆਊਗਾ ਜਿਹੜੇ ਆਪਣੇ ਐਗਜ਼ਾਮ ਹੁੰਦੇ ਸੈਂਟਰ ਦੇ ਜਾਂ ਪੰਜਾਬ ਦੇ, ਤਾਂ ਇਹਨਾਂ ਤੋਂ ਬਾਅਦ ਤੁਹਾਨੂੰ ਕੋਈ ਵੀ ਟੋਪਿਕ ਨਹੀਂ ਆਊਗਾ। ਜੇ ਕੋਈ MCQ ਵਗੈਰਾ ਬਣਦਾ ਜੀ ਇਹਨਾਂ ਵਿੱਚੋਂ ਹੀ ਬਣੂਗਾ। ਅਤੇ ਆਪਣੀ ਤਿਆਰੀ ਤੁਸੀਂ ਆਰਾਮ ਨਾਲ ਕਰੋ ਅਤੇ ਜੀ ਜਾਨ ਲਾ ਕੇ ਕਰੋ ਜੀ। ਅਤੇ ਆਪਣੇ ਨੋਟਸ ਤਿਆਰ ਕਰਦੇ ਰਹੋ ਕਿਉਂਕਿ ਜੇ ਤੁਸੀਂ ਨੋਟਸ ਤਿਆਰ ਕਰੋਗੇ ਆਪਣੇ ਟੋਪਿਕ ਦੇ ਤਾਂ ਤੁਹਾਨੂੰ ਨਾਲ ਯਾਦ ਹੋ ਜਾਊਗਾ ਜੀ। ਅਤੇ ਜੇ ਮੰਨ ਲਓ ਕਿਤੇ ਵੀ ਤੁਸੀਂ ਜਾਂਦੇ ਹੋ ਐਗਜ਼ਾਮ ਦੇਣ ਤੁਸੀਂ ਰੀਡ ਆਊਟ ਆਪਣੇ ਨੋਟਸ ਤੋਂ ਕਰਦੇ ਹੋ, ਇੱਕ ਰੀਡ ਆਊਟ ਕਰਨਾ ਸੌਖਾ ਹੋ ਜਾਂਦਾ ਜੀ। ਅਤੇ ਇਹ ਆ ਕਿ ਫੋਨ ਤੋਂ ਜੇ ਤੁਸੀਂ ਉੱਦਾਂ ਤਿਆਰੀ ਕਰਦੇ ਹੋ ਤਾਂ ਬੜਾ ਔਖਾ ਹੋ ਜਾਂਦਾ। ਜੇ ਆਪਣੇ ਨੋਟਸ ਮੇਰੀ ਸਲਾਹ ਕਿ ਆਪਣੇ ਬਣਾਉਂਦੇ ਰਹੋ ਜੀ।